गुरु रू प्यारी साध संगत जी, वाहिगुरु जी का खालसा, वाहिगुरु जी की फतेह। प्रोफैसर पूरन सिंह जी की कमोलक लिखत है, जिसका सिरलेख है जीवन का संचालन। आओ उसका अगला हिस्सा सरवण करने की कोशिश करिए जी। लड़ी नूं जोड़न लई पिछले भाग दीआं कुछ सतरां दोबारा पढ़ियां जा रहीआं हन। माया तो मुक्त होण लई अपनी सूक्ष्म ग्रहणशीलता ते संवेदनशीलता नूं कठोर हठ योग ते प्राणायाम द्वारा सुन करना तां होर भी निपट अग्यान है। राव नूं गुरु आखदे हन रंक बणो, रंक नूं आखदे हन राव बणो। ਜਿਹੜੇ केवल खाण ਲਈ ਜੀਉਂਦੇ ਹਨ ਉਹਨਾਂ ਨੂੰ ਕਹਿੰਦੇ ਹਨ ਵਰਤ ਰੱਖੋ, ਅਤੇ ਜਿਹੜੇ ਜੀਉਣ ਲਈ ਖਾਂਦੇ ਹਨ ਉਹਨਾਂ ਨੂੰ ਫਰਮਾਉਂਦੇ ਹਨ ਤੁਹਾਡੀ ਆਤਮਾ ਦੀ ਦਸ਼ਾ ਠੀਕ ਹੈ, ਰੱਜ ਪੁੱਜ ਕੇ ਖਾਓ। ਮੋਨੀ ਨੂੰ ਬੋਲਣ ਦਾ ਉਪਦੇਸ਼ ਕਰਦੇ ਹਨ ਤੇ ਬੜਬੋਲੇ ਨੂੰ ਚੁੱਪ ਰਹਿਣ ਦਾ। ਜਿਹੜੇ ਵੀ ਉਚਿਤ ਸਾਧਨ ਹੋ ਸਕਦੇ ਹਨ ਉਹਨਾਂ ਦੁਆਰਾ ਆਪਣੀ ਆਤਮਾ ਦੇ ਵਿਗਠਨ ਨੂੰ ਰੋਕੇ। ਜਿਨ੍ਹਾਂ ਦੀ ਪ੍ਰਕਿਰਤੀ ਇਸ ਤਰ੍ਹਾਂ ਦੀ ਬਣੀ ਹੋਈ ਹੈ ਕਿ ਉਹ ਆਪਣੀ ਸਰੀਰਕ ਤੇ ਮਾਨਸਿਕ ਸ਼ਕਤੀ ਨੂੰ ਸਾਂਭ ਕੇ ਰੱਖਦੇ ਹਨ, ਉਹਨਾਂ ਨੂੰ ਗੁਰੂ ਜੀ ਆਖਦੇ ਹਨ ਇਸ ਤਰ੍ਹਾਂ ਦੀ ਨਿਜ ਵਰਤੋਂ ਵਿੱਚ ਰੱਬੀ ਆਨੰਦ ਪ੍ਰਾਪਤ ਹੁੰਦਾ ਹੈ। ਜੋ ਆਪਣੇ ਨਿਜ ਦੀ ਪਾਗਲਾਂ ਵਾਂਗ ਵਰਤੋਂ ਕਰਦੇ ਹਨ ਉਹਨਾਂ ਬਾਰੇ ਗੁਰੂ ਜੀ ਦੱਸਦੇ ਹਨ ਕਿ ਉਹਨਾਂ ਦੀ ਆਤਮਾ ਆਪਣੇ ਵਿਚਲੇ ਦੈਵੀ ਪਦਾਰਥ ਦੀ ਦੁਰਵਰਤੋਂ ਕਰਕੇ ਅਰਥਾਤ ਉਸ ਨੂੰ ਸਾੜ ਕੇ ਸਰੀਰਕ ਤੌਰ ਤੇ ਮੁਰਦਾ ਲੋਥ ਬਣ ਜਾਂਦੀ ਹੈ। ਫਿਰ ਦੁਹਰਾ ਦਈਏ, ਜਿਨ੍ਹਾਂ ਦੀ ਪ੍ਰਕਿਰਤੀ ਇਸ ਤਰ੍ਹਾਂ ਦੀ ਬਣੀ ਹੋਈ ਹੈ ਕਿ ਉਹ ਆਪਣੀ ਸਰੀਰਕ ਤੇ ਮਾਨਸਿਕ ਸ਼ਕਤੀ ਨੂੰ ਸਾਂਭ ਕੇ ਰੱਖਦੇ ਹਨ ਉਹਨਾਂ ਨੂੰ ਗੁਰੂ ਜੀ ਆਖਦੇ ਹਨ ਇਸ ਤਰ੍ਹਾਂ ਦੀ ਨਿਜ ਵਰਤੋਂ ਵਿੱਚ ਰੱਬੀ ਆਨੰਦ ਪ੍ਰਾਪਤ ਹੁੰਦਾ ਹੈ। ਜੋ ਆਪਣੇ ਨਿਜ ਦੀ ਪਾਗਲਾਂ ਵਾਂਗ ਵਰਤੋਂ ਕਰਦੇ ਹਨ ਉਹਨਾਂ ਬਾਰੇ ਗੁਰੂ ਜੀ ਦੱਸਦੇ ਹਨ ਕਿ ਉਹਨਾਂ ਦੀ ਆਤਮਾ ਆਪਣੇ ਵਿਚਲੇ ਦੈਵੀ ਪਦਾਰਥ ਦੀ ਦੁਰਵਰਤੋਂ ਕਰਕੇ ਅਰਥਾਤ ਉਸ ਨੂੰ ਸਾੜ ਕੇ ਸਰੀਰਕ ਤੌਰ ਤੇ ਮੁਰਦਾ ਲੋਥ ਬਣ ਜਾਂਦੀ ਹੈ। ਜਿਹੜੇ ਅੰਤਰੀਵ ਤੌਰ ਤੇ ਅਹਿੰਸਾ ਤੇ ਕਿਸੇ ਨੂੰ ਦੁੱਖ ਨਾ ਦੇਣ ਵਿੱਚ ਵਿਸ਼ਵਾਸ ਰੱਖਦੇ ਹਨ ਉਹਨਾਂ ਨੂੰ ਗੁਰੂ ਜੀ ਆਖਦੇ ਹਨ ਜਾਓ ਵੀਰ ਯੋਧਿਆਂ ਦੀ ਤਰ੍ਹਾਂ ਘੋੜ ਚੜੇ ਬਣੋ, ਹੱਥ ਵਿੱਚ ਕਿਰਪਾਨਾਂ ਨੂੰ ਸੁੱਟੋ, ਰੱਬੀ ਸੂਰਬੀਰਾਂ ਤੇ ਯੋਧਿਆਂ ਦੀ ਨਿਆਈ ਅਸਹਾਇਆਂ ਦੀ ਸਹਾਇਤਾ ਕਰੋ ਤੇ ਨਿਥਾਵਿਆਂ ਨੂੰ ਥਾਂ ਪ੍ਰਦਾਨ ਕਰੋ। ਇੱਕ ਮੋਹਰਬੰਦ ਪ੍ਰਤਿਗਿਆ ਜਾਂ ਮਨੋਵਰਤ ਦੀ ਸੀਮਾ ਵਿੱਚ ਰਹਿ ਕੇ ਮਰ ਜਾਣਾ ਪਾਗਲਪਣ ਹੈ। ਉੱਠੋ ਤੇ ਬਲਕਾਰ ਯੋਧੇ ਬਣੋ। ਇਸ ਧਰਤ ਉੱਤੇ ਇਹੋ ਗੱਲ ਹੀ ਸਭ ਪ੍ਰਕਾਰ ਦੀਆਂ ਵਿਭਿੰਨ ਜੀਵਨ ਪੱਧਤੀਆਂ ਉੱਤੇ ਲਾਗੂ ਹੁੰਦੀ ਹੈ। ਕਈ ਵਾਰ ਤਾਂ ਕਿਸੇ ਉੱਤੇ ਵਾਰ ਕਰਕੇ ਤੁਹਾਡੀ ਆਪਣੀ ਅਹਿੰਸਾ ਦੀ ਪ੍ਰਤਿਗਿਆ ਜੋ ਵਾਸਤਵਿਕ ਤੁਹਾਡੀ ਆਪਣੀ ਪ੍ਰਤਿਗਿਆ ਨਹੀਂ ਹੈ ਦਾ ਖੰਡਨ ਹੋ ਜਾਂਦਾ ਹੈ। ਕਿਉਂ ਜੋ ਹਾਲੀ ਤਾਂ ਤੁਹਾਡੀ ਪੂਰਨਤਾ ਨੇ ਆਪਣੇ ਆਪ ਨੂੰ ਇਸ ਲੋਕ ਵਿੱਚ ਨਹੀਂ ਪਰਲੋਕ ਵਿੱਚ ਜਾ ਕੇ ਨਿਖਾਰਨਾ ਹੈ। ਅਪੂਰਨ ਨੂੰ ਪੂਰਨਤਾ ਤੱਕ ਪਹੁੰਚਾਉਣ ਲਈ ਬਹੁਤ ਸਾਰੇ ਮਾਰਗ ਹਨ। ਇਸ ਲਈ ਇਹ ਕੋਈ ਨਹੀਂ ਦੱਸ ਸਕਦਾ ਕਿ ਕਿਸੇ ਲਈ ਕਿਹੜਾ ਮਾਰਗ ਠੀਕ ਹੈ। ਮੂਰਖ ਅਗਿਆਨੀ, ਜੇ ਤੂੰ ਅਹਿੰਸਾਵਾਦੀ ਪਰਮਾਤਮਾ ਵਿੱਚ ਵਿਸ਼ਵਾਸ ਰੱਖਦਾ ਹੈ ਤਾਂ ਇਹ ਤੇਰਾ ਬੜਾ ਸ਼ੁਭ ਸੁਪਨਾ ਹੋ ਸਕਦਾ ਹੈ। ਭਾਵੇਂ ਉਹ ਕਿਹੋ ਜਿਹਾ ਵੀ ਕਿਉਂ ਨਾ ਹੋਵੇ, ਜਾਓ ਤੇ ਤੱਕੋ ਕਿ ਕਿਵੇਂ ਉਹ ਉਹਨਾਂ ਦੀ ਰੱਖਿਆ ਕਰ ਰਿਹਾ ਹੈ ਜਿਨ੍ਹਾਂ ਨੂੰ ਅੱਜ ਤਸੀਹੇ ਦੇ ਦੇ ਕੇ ਕਤਲ ਕੀਤਾ ਜਾਣਾ ਹੈ। ਅਕਾਲ ਪੁਰਖ ਆਪ ਆ ਕੇ ਤੁਹਾਡੇ ਯੁੱਧ ਖੇਤਰ ਵਿੱਚ ਜੂਝ ਮਰਨ ਪਿੱਛੋਂ ਤੁਹਾਡੇ ਲਹੂ ਲਿਬੜੇ ਮੁਕੜੇ ਨੂੰ ਚੁੰਮੇਗਾ। ਕਿਉਂ ਜੋ ਤੁਸੀਂ ਤਿਰਸਕਾਰਤ ਮਨੁੱਖਤਾ ਲਈ ਜੋ ਆਪਣੇ ਸਵੈਮਾਨ ਲਈ ਨਿਸ਼ਕਾਮ ਸੰਘਰਸ਼ ਕਰ ਰਹੀ ਹੈ ਬਲੀਦਾਨ ਕੀਤਾ ਹੈ। ਜੇ ਸ਼ਾਕਾਹਾਰ ਆਪਣੀਆਂ ਸਜੀਵ ਭਾਵਨਾਵਾਂ ਦੇ ਦਿਸਹੱਦੇ ਨੂੰ ਪਾਰ ਕਰਕੇ ਰੱਬੀ ਪ੍ਰੇਮ ਤੇ ਦਇਆ ਵਿੱਚ ਵਿਚਰ ਰਿਹਾ ਹੈ ਤਾਂ ਮਾਸਾਹਾਰੀ ਭੋਜਨ ਵੀ ਤੁਹਾਨੂੰ ਅਰੋਗ ਕਰ ਸਕਦਾ ਹੈ। ਉਹਨਾਂ ਸਭ ਲਈ ਜਿਨ੍ਹਾਂ ਦੇ ਲੰਗਰਾਂ ਵਿੱਚ ਸਬਜ਼ੀਆਂ ਦੇ ਸ਼ਾਕਾਹਾਰੀ ਭੋਜਨ ਆਤਮ ਸੰਜਮ ਨੂੰ ਸੁਦ੍ਰਿੜ ਕਰਦੇ ਹਨ, ਮਨੁੱਖਤਾ ਨੂੰ ਇਸ ਆਦਰਸ਼ ਮਾਰਗ ਦੀ ਸੋਝੀ ਕਰਾਉਂਦੇ ਹਨ ਕਿ ਮਾਨਵ ਰੂਪੀ ਪਸ਼ੂ ਦੇ ਭੋਜਨ ਲਈ ਜਾਨਵਰਾਂ ਨੂੰ ਮਾਰਨਾ ਤੇ ਜੀਵ ਹੱਤਿਆ ਕਰਨਾ ਕਿੰਨਾ ਅਮਾਨਵੀ ਕਰਮ ਹੈ। ਫਿਰ ਦੁਹਰਾ ਦਈਏ, ਜੇ ਸ਼ਾਕਾਹਾਰ ਆਪਣੇ ਸਜੀਵ ਭਾਵਨਾਵਾਂ ਦੇ ਦਿਸਹੱਦੇ ਨੂੰ ਪਾਰ ਕਰਕੇ ਰੱਬੀ ਪ੍ਰੇਮ ਤੇ ਦਇਆ ਵਿੱਚ ਵਿਚਰ ਰਿਹਾ ਹੈ ਤਾਂ ਮਾਸਾਹਾਰੀ ਭੋਜਨ ਵੀ ਤੁਹਾਨੂੰ ਅਰੋਗ ਕਰ ਸਕਦਾ ਹੈ।
ਉਹਨਾਂ ਸਭ ਲਈ ਜਿਨ੍ਹਾਂ ਦੇ ਲੰਗਰਾਂ ਵਿੱਚ ਸਬਜ਼ੀਆਂ ਦੇ ਸ਼ਾਕਾਹਾਰੀ ਭੋਜਨ ਆਤਮ ਸੰਜਮ ਨੂੰ ਸੁਦ੍ਰਿੜ ਕਰਦੇ ਹਨ, ਮਨੁੱਖਤਾ ਨੂੰ ਇਸ ਆਦਰਸ਼ ਮਾਰਗ ਦੀ ਸੋਝੀ ਕਰਾਉਂਦੇ ਹਨ ਕਿ ਮਾਨਵ ਰੂਪੀ ਪਸ਼ੂ ਦੇ ਭੋਜਨ ਲਈ ਜਾਨਵਰਾਂ ਨੂੰ ਮਾਰਨਾ ਤੇ ਜੀਵ ਹੱਤਿਆ ਕਰਨਾ ਕਿੰਨਾ ਅਮਾਨਵੀ ਕਰਮ ਹੈ। ਇਕਾਂਤਵਾਸੀ ਲਈ ਸਮਾਜ ਇੱਕ ਪ੍ਰਕਾਰ ਦਾ ਸ਼ਕਤੀਦਾਤਾ ਹੋ ਸਕਦਾ ਹੈ। ਜਿਵੇਂ ਉਸ ਦੀ ਸੰਪੂਰਨ ਆਤਮਾ ਹੀ ਉਸ ਦੇ ਆਪਣੇ ਅੰਦਰਵਾਰ ਅਸਗਾਹ ਡੂੰਘਾਣਾ ਵਿੱਚ ਉਤਰ ਗਈ ਹੋਵੇ। ਕਈ ਵਾਰ ਅਰਦਾਸਾਂ ਤੇ ਭਜਨ ਮੰਦਰਾਂ ਦੇ ਨਿਵਾਸੀਆਂ ਦਾ ਦਮ ਘੁੱਟਦੇ ਹਨ, ਪਰ ਇਸ ਦੀ ਤੁਲਨਾ ਵਿੱਚ ਖੁੱਲੇ ਆਕਾਸ਼ ਦੀ ਇਕਾਂਤ ਵਿੱਚ ਰੇਤ ਉੱਤੇ ਲੇਟਿਆਂ ਕੋਈ ਵਿਅਕਤੀ ਆਪਣੇ ਉੱਤੇ ਪੈ ਰਹੀ ਧੁੱਪ ਦੀ ਮੁਸਕਾਨ ਤੇ ਪਰਬਤ ਕੰਢਿਆਂ ਦੀ ਨਦੀਆਂ ਦੀ ਕਲਕਲ ਇਸ ਦੇ ਮਨੋਹਰ ਅਤੇ ਅਰਥਹੀਣ ਸੰਗੀਤ ਨੂੰ ਸੁਣ ਕੇ ਇੰਝ ਅਨੁਭਵ ਕਰਦਾ ਹੈ ਜਿਵੇਂ ਸਮਾਜ ਦੀ ਘੁੱਟਣ ਤੇ ਰੋਗੀ ਦਸ਼ਾ ਦੀ ਤੁਲਨਾ ਵਿੱਚ ਇਹ ਵਧੇਰੇ ਪ੍ਰਭਾਵਸ਼ਾਲੀ ਤੇ ਅਰੋਗਤਾ ਦੇਣ ਵਾਲੀ ਪ੍ਰਾਰਥਨਾ ਹੋਵੇ। ਬਹੁਤ ਜ਼ਰੂਰੀ ਨੁਕਤਾ ਹੈ ਜੀ, ਫਿਰ ਦੁਹਰਾ ਦਈਏ। ਕਈ ਵਾਰ ਅਰਦਾਸਾਂ ਤੇ ਭਜਨ ਮੰਦਰਾਂ ਦੇ ਨਿਵਾਸੀਆਂ ਦਾ ਦਮ ਘੁੱਟਦੇ ਹਨ, ਪਰ ਇਸ ਦੀ ਤੁਲਨਾ ਵਿੱਚ ਖੁੱਲੇ ਆਕਾਸ਼ ਦੀ ਇਕਾਂਤ ਵਿੱਚ ਰੇਤ ਉੱਤੇ ਲੇਟਿਆਂ ਕੋਈ ਵਿਅਕਤੀ ਆਪਣੇ ਉੱਤੇ ਪੈ ਰਹੀ ਧੁੱਪ ਦੀ ਮੁਸਕਾਨ ਤੇ ਪਰਬਤ ਕੰਢਿਆਂ ਦੀਆਂ ਨਦੀਆਂ ਦੀ ਕਲਕਲ ਇਸ ਦੇ ਮਨੋਹਰ ਅਤੇ ਅਰਥਹੀਣ ਸੰਗੀਤ ਨੂੰ ਸੁਣ ਕੇ ਇੰਝ ਅਨੁਭਵ ਕਰਦਾ ਹੈ ਜਿਵੇਂ ਸਮਾਜ ਦੀ ਘੁੱਟਣ ਤੇ ਰੋਗੀ ਦਸ਼ਾ ਦੀ ਤੁਲਨਾ ਵਿੱਚ ਇਹ ਵਧੇਰੇ ਪ੍ਰਭਾਵਸ਼ਾਲੀ ਤੇ ਅਰੋਗਤਾ ਦੇਣ ਵਾਲੀ ਪ੍ਰਾਰਥਨਾ ਹੋਵੇ। ਮਨੁੱਖ ਵਿਸ਼ੇਸ਼ ਕਿਸਮ ਦੇ ਜੀਵਨ ਤੇ ਪ੍ਰੇਮ ਦੀਆਂ ਵਸਤੂਆਂ ਨਾਲ ਵਾਫਰ ਪ੍ਰੇਮ ਕਰਕੇ ਅਤੇ ਉਹਨਾਂ ਦਾ ਅੰਗ ਪਾਲ ਕੇ ਮਰ ਜਾਂਦੇ ਹਨ। ਕਈ ਵਾਰ ਤਾਂ ਕੋਈ ਵੇਸਵਾ ਆਤਮਾ ਦੀ ਤੀਖਣਤਾ ਤੱਕ ਪਹੁੰਚ ਜਾਂਦੀ ਹੈ ਅਤੇ ਆਪਣੇ ਕੀਤੇ ਗੁਨਾਹਾਂ ਦੀ ਦਲੇਰੀ ਨਾਲ ਇਕਬਾਲ ਕਰਕੇ ਆਪਣਾ ਨਾਮ ਉਜਾਗਰ ਕਰ ਲੈਂਦੀ ਹੈ, ਪਰ ਦੂਜੇ ਬੰਨੇ ਇੱਕ ਤਿਆਗੀ ਆਪਣੇ ਨਿਤ ਦੇ ਚੰਗੇ ਕੰਮਾਂ ਦੀ ਇਕਸਾਰ ਨੀਰਸਤਾ ਵਿੱਚ ਹੀ ਵਿਚਰਦਾ ਰਹਿੰਦਾ ਹੈ। ਹਾਂਜੀ, ਕਈ ਵਾਰ ਤਾਂ ਕੋਈ ਵੇਸਵਾ ਆਤਮਾ ਦੀ ਤੀਖਣਤਾ ਤੱਕ ਪਹੁੰਚ ਜਾਂਦੀ ਹੈ ਅਤੇ ਆਪਣੇ ਕੀਤੇ ਗੁਨਾਹਾਂ ਦਾ ਦਲੇਰੀ ਨਾਲ ਇਕਬਾਲ ਕਰਕੇ ਆਪਣਾ ਨਾਮ ਉਜਾਗਰ ਕਰ ਲੈਂਦੀ ਹੈ, ਪਰ ਦੂਜੇ ਬੰਨੇ ਇੱਕ ਤਿਆਗੀ ਆਪਣੇ ਨਿਤ ਦੇ ਚੰਗੇ ਕੰਮਾਂ ਦੀ ਇਕਸਾਰ ਨੀਰਸਤਾ ਵਿੱਚ ਹੀ ਵਿਚਰਦਾ ਰਹਿੰਦਾ ਹੈ। ਗੁਰੂ ਜੀ ਕਹਿੰਦੇ ਹਨ, ਇਸ ਤੇ ਉਸ ਪ੍ਰਕਾਰ ਦੀਆਂ ਸਭ ਘਟਨਾਵਾਂ ਮਨੁੱਖ ਅੰਦਰ ਸੰਜੋਗ ਵਾਸਤੇ ਬਾਹਰੀ ਰੂਪ ਵਿੱਚ ਵਰਤਦੀਆਂ ਹਨ। ਕੇਵਲ ਇੱਕੋ ਗੱਲ ਹੀ ਵਧੇਰੇ ਜ਼ਰੂਰੀ ਹੈ ਕਿ ਮਨੁੱਖੀ ਆਤਮਾ ਦਾ ਬ੍ਰਿਛ ਸਿੱਧਾ ਉੱਪਰ ਵੱਲ ਨੂੰ ਵਿਕਾਸ ਕਰੇ ਤੇ ਇਸ ਦੀਆਂ ਸਾਰੀਆਂ ਸ਼ਾਖਾਵਾਂ ਵੀ ਇਸੇ ਧੁਰ ਵੱਲ ਰੁਖ ਕਰ ਸਿੱਧੀਆਂ ਉੱਪਰ ਨੂੰ ਜਾਣ। ਇਸ ਆਤਮਾ ਦੇ ਬ੍ਰਿਛ ਦੀਆਂ ਜੜ੍ਹਾਂ ਹੇਠਾਂ ਹਨੇਰੇ ਵਿੱਚ ਗੱਡੀਆਂ ਹੋਈਆਂ ਹੁੰਦੀਆਂ ਹਨ, ਪਰ ਇਸ ਦੀਆਂ ਟੀਸੀਆਂ ਮਾਣਮੱਤੇ ਰੂਪ ਵਿੱਚ ਜੀਵਨ ਦੀ ਅਨੰਤ ਧੁੱਪ ਵਿੱਚ ਉੱਪਰ ਸਿਰ ਕੱਢ ਕੇ ਸਵੈਮਾਨ ਨਾਲ ਖੜੀਆਂ ਹੁੰਦੀਆਂ ਹਨ। ਆਤਮਾ ਕੋਲ ਇੱਕ ਬੜਾ ਸੂਖਮ ਧਰਮ ਕੰਡਾ ਹੈ ਜਿਸ ਬਾਰੇ ਗੁਰੂ ਜੀ ਨੇ ਵੀ ਸੰਕੇਤ ਕੀਤਾ ਹੈ। ਇਹ ਧਰਮ ਕੰਡਾ ਮਨੁੱਖ ਦੇ ਪਾਪ ਤੇ ਪੁੰਨ ਦੇ ਵਟਿਆਂ ਦੁਆਰਾ ਇਸ ਦੇ ਤੋਲ ਨੂੰ ਸਾਂਵਾਂ ਰੱਖਦਾ ਹੈ। ਦੋਵੇਂ ਪਾਪ ਤੇ ਪੁੰਨ ਦੇ ਵਟੇ ਉਚਿਤ ਤੇ ਬਰਾਬਰ ਦੇ ਤੋਲ ਵਿੱਚ ਸੰਤੁਲਿਤ ਅਵਸਥਾ ਵਿੱਚ ਰਹਿੰਦੇ ਹਨ। ਠੀਕ ਤੇ ਸਚਿਆਰੀ ਨੈਤਿਕ ਪ੍ਰਵਿਰਤੀ ਕਿਸੇ ਇੱਕ ਬੰਨੇ ਨਹੀਂ ਝੁਕਦੀ, ਨਾ ਹੀ ਕਿਸੇ ਦਾ ਪੱਖ ਪੂਰਦੀ ਹੈ। ਇਹ ਤਾਂ ਸ੍ਰਿਸ਼ਟੀ ਦੇ ਧੁਰੇ ਵਾਲੀ ਦਿਸ਼ਾ ਨਾਲ ਜੁੜੀ ਰਹਿੰਦੀ ਹੈ ਤੇ ਆਤਮਾ ਦੀ ਉਸੇ ਦਿਸ਼ਾ ਨਾਲ ਹੀ ਆਪਣੇ ਆਪ ਨੂੰ ਤਦਰੂਪ ਕਰਦੀ ਹੈ। ਜਿਸ ਤਰ੍ਹਾਂ ਕਿ ਪਦਾਰਥ ਦੇ ਪਰਮਾਣੂਆਂ ਵਿੱਚ ਆਉਂਦਾ ਹੈ, ਇਸੇ ਤਰ੍ਹਾਂ ਮਨੁੱਖ ਦੀ ਆਤਮਾ ਵਿੱਚ ਵੀ ਜੀਵਨ ਦੇ ਕੰਢੇ ਉੱਤੇ ਸਭ ਕੁਝ ਤੁਲਦਾ ਹੈ। ਮਨੁੱਖੀ ਵਿਚਾਰਾਂ ਤੇ ਕਰਮਾਂ ਦੇ ਗੁਣਾਂ ਦਾ ਇਹ ਧਨਾਤਮਕ ਤੇ ਰਿਣਾਤਮਕ ਜੋੜ ਮੇਲ ਜਾਂ ਬਣਤਰ ਅਨੰਤ ਪ੍ਰਕਾਰ ਦੀ ਹੁੰਦੀ ਹੈ, ਜੋ ਉਸ ਦੀ ਇੱਛਾ ਸ਼ਕਤੀ ਤੇ ਕਲਪਨਾ ਦੁਆਰਾ ਇਸੇ ਤਰ੍ਹਾਂ ਦੀਆਂ ਧਨਾਤਮਕ ਤੇ ਰਿਣਾਤਮਕ ਕਿਰਿਆਵਾਂ ਦੁਆਰਾ ਚਲਦੀ ਰਹਿੰਦੀ ਹੈ। ਆਤਮਾ ਦੇ ਜੀਵਨ ਦੀ ਵਾਸਤਵਿਕਤਾ ਤਾਂ ਕਲਪਨਾਤੀਤ ਅਬੋਧ ਸੰਤੁਲਨ ਹੈ ਜੋ ਨਿਰੰਤਰ ਅੱਗੇ ਤੇ ਪਿੱਛੇ ਪ੍ਰਵਾਹਿਤ ਹੁੰਦਾ ਰਹਿੰਦਾ ਹੈ, ਲਗਾਤਾਰ ਜੀਵਨ ਦੇ ਰੂਪਾਂ ਸਰੂਪਾਂ ਨੂੰ ਰੂਪਮਾਨ ਕਰਦਾ ਰਹਿੰਦਾ ਹੈ ਅਤੇ ਜੋ ਆਤਮਾ ਦੇ ਕੇਂਦਰ ਬਿੰਦੂਆਂ ਨੂੰ ਘੜਦਾ ਹੈ ਤੇ ਇਹਨਾਂ ਦੀ ਨਿਸ਼ਾਨਦੇਹੀ ਕਰਾਉਂਦਾ ਹੈ। ਜੋ ਕੁਝ ਵੀ ਤੁਸੀਂ ਕਰਦੇ ਜਾਂ ਸੋਚਦੇ ਹੋ, ਤੁਹਾਡੇ
ਧਰਮ ਕਰਮ ਵਰਤ ਤੇ ਜਗਰਾਤੇ ਨੇਮ ਤੇ ਪ੍ਰਬੰਧ ਵਿਗਿਆਨ ਤੇ ਕਲਾਵਾਂ ਮਨੁੱਖ ਦੇ ਨੈਤਿਕ ਉਥਾਨ ਲਈ ਬਣਾਈਆਂ ਗਈਆਂ ਯੋਜਨਾਵਾਂ ਤੁਹਾਡੇ ਸਭ ਇਸਤਰੀ ਪੁਰਸ਼ਾਂ ਤੇ ਮਨੁੱਖ ਜਾਤੀ ਦੀ ਸੁਤੰਤਰਤਾ ਤੇ ਇਸ ਦੀਆਂ ਖੁਸ਼ੀਆਂ ਤੇ ਖੋਹਾਂ ਮਾਰਾਂ ਸਭ ਅਰਥ ਰੱਖਦੀਆਂ ਹਨ ਤੇ ਕੁਝ ਅਰਥ ਵੀ ਨਹੀਂ ਰੱਖਦੀ। ਇੱਥੇ ਆਪਣੇ ਆਪ ਨੂੰ ਸਤਿਕਾਰ ਸਹਿਤ ਭਰਪੂਰ ਕਰੋ, ਕਿਉਂ ਜੋ ਕੁਝ ਵੀ ਜਾਣਿਆ ਨਹੀਂ ਜਾ ਸਕਦਾ। ਜਦੋਂ ਤੁਸੀਂ ਕਦੋਂ ਤੇ ਕਿਵੇਂ ਦੇ ਗੇੜ ਵਿੱਚ ਪੈਂਦੇ ਹੋ ਤਾਂ ਕੁਝ ਵੀ ਜਾਣਿਆ ਨਹੀਂ ਜਾ ਸਕੇਗਾ। ਇਸ ਸਭ ਕੁਝ ਦੇ ਕਿਉਂ ਦਾ ਵੀ ਤੁਹਾਨੂੰ ਕੋਈ ਉੱਤਰ ਨਹੀਂ ਮਿਲ ਸਕਦਾ। ਇਸ ਲਈ ਤੁਸੀਂ ਇਸ ਤੇਜਸਵੀ ਤੇ ਇਨਾਮ ਦੇ ਭੈ ਤੇ ਸਨਮਾਨ ਨਾਲ ਆਪਣੇ ਆਪ ਨੂੰ ਭਰਪੂਰ ਰੱਖੋ। ਇਹ ਸਭ ਕੁਝ ਪ੍ਰਭੂ ਰੂਪ ਹੈ ਤੇ ਪ੍ਰਭੂ ਰੂਪ ਨਹੀਂ ਵੀ। ਹਾਂਜੀ, ਇੱਥੇ ਆਪਣੇ ਆਪ ਨੂੰ ਸਤਿਕਾਰ ਸਹਿਤ ਭਰਪੂਰ ਕਰੋ, ਕਿਉਂ ਜੋ ਕੁਝ ਵੀ ਜਾਣਿਆ ਨਹੀਂ ਜਾ ਸਕਦਾ। ਜਦੋਂ ਤੁਸੀਂ ਕਦੋਂ ਤੇ ਕਿਵੇਂ ਦੇ ਗੇੜ ਵਿੱਚ ਪੈਂਦੇ ਹੋ ਤਾਂ ਕੁਝ ਵੀ ਜਾਣਿਆ ਨਹੀਂ ਜਾ ਸਕੇਗਾ। ਇਸ ਸਭ ਕੁਝ ਦੇ ਕਿਉਂ ਦਾ ਵੀ ਤੁਹਾਨੂੰ ਕੋਈ ਉੱਤਰ ਨਹੀਂ ਮਿਲ ਸਕਦਾ। ਇਸ ਲਈ ਤੁਸੀਂ ਇਸ ਤੇਜਸਵੀ ਤੇ ਇਨਾਮ ਦੇ ਭੈ ਤੇ ਸਨਮਾਨ ਨਾਲ ਆਪਣੇ ਆਪ ਨੂੰ ਭਰਪੂਰ ਰੱਖੋ। ਇਹ ਸਭ ਕੁਝ ਪ੍ਰਭੂ ਰੂਪ ਹੈ ਤੇ ਪ੍ਰਭੂ ਰੂਪ ਨਹੀਂ ਵੀ। ਮਨੁੱਖ ਦੇ ਤਨ ਤੇ ਮਨ ਦੇ ਜੀਵਨ ਦੀ ਵੰਨ ਸੁਵੰਨਤਾ ਨੂੰ ਮਨੁੱਖੀ ਆਤਮਾ ਦੇ ਜੀਵਨ ਦੁਆਰਾ ਮੁੜ ਆਰੰਭ ਹੁੰਦੀ ਹੈ ਤੇ ਇਸ ਦੇ ਨਿਆਇਸ਼ੀਲਤਾ ਨੂੰ, ਜਿਵੇਂ ਕਿ ਗੁਰੂ ਜੀ ਇਸ ਬਾਰੇ ਸੋਚਦੇ ਹਨ, ਦੁਆਰਾ ਜਾਣਿਆ ਜਾ ਸਕਦਾ ਹੈ। ਇਸ ਸੰਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਸੰਗੀਤ ਵਿੱਚ ਇਸ ਦੇ ਵਿਵਿਧ ਪ੍ਰਕਾਰਾਂ ਬਾਰੇ ਉਲੇਖ ਕੀਤਾ ਗਿਆ ਹੈ। ਸੰਗੀਤ ਦੇ ਇਸ ਬ੍ਰਹਿਮੰਡ ਵਿਆਪੀ ਬਹੁਵੰਨਗੀ ਬਹੁਤਾ ਅਰਥ ਨਹੀਂ ਰੱਖਦੀ ਹੈ ਤੇ ਇਹ ਇਸੇ ਤਰ੍ਹਾਂ ਦੀ ਗੱਲ ਮੰਨੀ ਜਾ ਸਕਦੀ ਹੈ ਜਿਵੇਂ ਵੱਡੇ ਤੂਫਾਨ ਤੇ ਝੱਖੜ ਵਿੱਚ ਸੁੱਕੇ ਪੱਤਰ ਇੱਧਰ ਉੱਧਰ ਉੱਡ ਰਹੇ ਹੋਣ। ਇਹਨਾਂ ਸ਼ਬਦਾਂ ਦੇ ਕੋਈ ਬਹੁਤੇ ਅਰਥ ਨਹੀਂ ਰਹਿੰਦੇ। ਇਹਨਾਂ ਦਾ ਤਾਂ ਇੱਕ ਖੁੱਲ੍ਹਾ ਜਿਹਾ ਮਹੱਤਵ ਹੈ ਕਿ ਜਿਵੇਂ ਇਹ ਉਸ ਸੰਗੀਤ ਦੀਆਂ ਚੁਣਕਾਰਾਂ ਹੋਣ ਜਿਨ੍ਹਾਂ ਦੇ ਸੰਗਠਨ ਦੁਆਰਾ ਆਤਮਾ ਦੇ ਸੰਗੀਤ ਦੀ ਸੰਰਚਨਾ ਹੁੰਦੀ ਹੈ। ਗੁਰੂ ਹੀ ਪ੍ਰਭੂ ਨੂੰ ਸਾਕਾਰ ਕਰਦਾ ਹੈ। ਗੁਰੂ ਦੀ ਬਾਣੀ ਦਾ ਤਾਂ ਇੱਕੋ ਹੀ ਮੁੱਖ ਮਹੱਤਵ ਹੈ ਕਿ ਇਹ ਮਨੁੱਖ ਨੂੰ ਪ੍ਰਭੂ ਸਰੂਪ ਵਿੱਚ ਢਾਲਦੀ ਹੈ। ਫਿਰ ਦੁਹਰਾ ਦੇਈਏ, ਸੰਗੀਤ ਦੇ ਇਸ ਬ੍ਰਹਿਮੰਡ ਵਿਆਪੀ ਬਹੁਵੰਨਗੀ ਬਹੁਤਾ ਅਰਥ ਨਹੀਂ ਰੱਖਦੀ ਹੈ ਤੇ ਇਹ ਇਸੇ ਤਰ੍ਹਾਂ ਦੀ ਗੱਲ ਮੰਨੀ ਜਾ ਸਕਦੀ ਹੈ ਜਿਵੇਂ ਵੱਡੇ ਤੂਫਾਨ ਤੇ ਝੱਖੜ ਵਿੱਚ ਸੁੱਕੇ ਪੱਤਰ ਇੱਧਰ ਉੱਧਰ ਉੱਡ ਰਹੇ ਹੋਣ। ਇਹਨਾਂ ਸ਼ਬਦਾਂ ਦੇ ਕੋਈ ਬਹੁਤੇ ਅਰਥ ਨਹੀਂ ਰਹਿੰਦੇ। ਇਹਨਾਂ ਦਾ ਤਾਂ ਇੱਕ ਖੁੱਲ੍ਹਾ ਜਿਹਾ ਮਹੱਤਵ ਹੈ ਜਿਵੇਂ ਇਹ ਉਸ ਸੰਗੀਤ ਦੀਆਂ ਚੁਣਕਾਰਾਂ ਹੋਣ ਜਿਨ੍ਹਾਂ ਦੇ ਸੰਗਠਨ ਦੁਆਰਾ ਆਤਮਾ ਦੇ ਸੰਗੀਤ ਦੀ ਸੰਰਚਨਾ ਹੁੰਦੀ ਹੈ। ਗੁਰੂ ਹੀ ਪ੍ਰਭੂ ਨੂੰ ਸਾਕਾਰ ਕਰਦਾ ਹੈ। ਗੁਰੂ ਦੀ ਬਾਣੀ ਦਾ ਤਾਂ ਇੱਕੋ ਹੀ ਮੁੱਖ ਮਹੱਤਵ ਹੈ ਕਿ ਇਹ ਮਨੁੱਖ ਨੂੰ ਪ੍ਰਭੂ ਸਰੂਪ ਵਿੱਚ ਢਾਲਦੀ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।